इंटरनेशनल स्टूडेंट्स स्पेशली अगर ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਸਪੈਸ਼ਲੀ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਕੋਲ ਮਨੀ ਨਹੀਂ ਹੈ ਤੇ ਗੁੱਡ ਨਿਊਜ਼ ਹੈ ਕਿ ਉਹਨਾਂ ਲਈ ਹੈਲਪ ਆ ਗਈ ਹੈ ਇਹਦੇ ਨਾਲ ਮੈਂ ਵੀ ਚੀਜ਼ ਦੱਸਵਾਂ ਕਿ ਅਗਰ ਟੂਰਿਸਟ ਵੀਜ਼ਾ ਤੇ ਵੀ ਹੋ ਅਗਰ ਤੁਹਾਡੇ ਪੈਰੈਂਟਸ ਟੂਰਿਸਟ ਵੀਜ਼ਾ ਤੇ ਨੇ ਔਰ ਅਗਰ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਨੇ ਕਿ ਤੁਸੀਂ ਉਹਨਾਂ ਦੀ ਫੀ ਪੇ ਕਰ ਸਕੋ ਸਪੈਸ਼ਲੀ ਅਗਰ ਮਾਈਗ੍ਰੈਂਟ ਏਜੰਟ ਦੀ ਫੀ ਪੇ ਕਰ ਸਕੋ ਤੇ ਤਾਂ ਵੀ ਤੁਹਾਡੇ ਲਈ ਗੁੱਡ ਨਿਊਜ਼ ਹੈ एक गुड न्यूज ਤੁਹਾਡੇ ਕੋਲ ਲੈ ਕੇ ਆ ਰਹੀ ਹੈ ਗਿਆਨ ਸੇਵਾ ਫਾਊਂਡੇਸ਼ਨ ਜਿਹਦੇ ਵਿੱਚ ਵੋਲੰਟੀਅਰਸ ਇਕੱਠੇ ਹੋ ਕੇ ਇੱਕ ਸੇਵਾ ਕਰ ਰਹੇ ਨੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਨੇ ਲੇਕਿਨ ਉਹਨਾਂ ਕੋਲ ਮਾਈਗ੍ਰੇਟ ਏਜੰਟ ਕੋਲ ਜਾਣ ਦੀ ਹਿੰਮਤ ਨਹੀਂ ਹੈ ਬਹੁਤ ਵਧੀਆ ਉਪਰਾਲਾ ਹੈ ਗਿਆਨ ਸੇਵਾ ਫਾਊਂਡੇਸ਼ਨ ਵੱਲੋਂ ਸੋ ਸਟਾਰਟ ਕਰੀਏ ਸਭ ਤੋਂ ਪਹਿਲਾਂ ਤਾਂ ਤੁਸੀਂ ਗਿਆਨ ਸੇਵਾ ਫਾਊਂਡੇਸ਼ਨ ਵੱਲੋਂ ਇੰਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਚੀਜ਼ ਹੈਗੀ ਹੈ ਪਹਿਲਾਂ ਤੇ ਮੁਬਾਰਕਾਂ ਵੀ ਤੁਹਾਨੂੰ ਸਭਨਾਂ ਨੂੰ ਔਰ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਵੀ ਕਿ ਤੁਸੀਂ ਇੰਨਾ ਵੱਡਾ ਉਪਰਾਲਾ ਕਰ ਰਹੇ ਹੋ ਉਹ ਵੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂ ਫਿਰ ਟੂਰਿਸਟ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਟਾਰਟ ਕਰੀਏ ਗਿਆਨ ਸੇਵਾ ਫਾਊਂਡੇਸ਼ਨ ਥੋੜੀ ਜਿਹੀ ਜਾਣਕਾਰੀ ਇਹਦੇ ਬਾਰੇ ਹੋ ਜਾਵੇ ਹਾਂਜੀ ਥੈਂਕ ਯੂ ਜੀ ਹੈਲੋ ਐਵਰੀਬਾਡੀ ਗਿਆਨ ਸੇਵਾ ਫਾਊਂਡੇਸ਼ਨ ਜਿਹੜੀ ਆ ਦਿਸ ਇਜ਼ ਰਨ ਬਾਈ ਫਿਊ ਫੈਮਿਲੀ ਐਂਡ ਫਰੈਂਡਸ ਜਿਹੜਾ ਕਿ ਆਪਣਾ ਟਾਈਮ ਐਂਡ ਮਨੀ ਵੋਲੰਟੀਅਰ ਕਰ ਰਹੇ ਫॉर अ गुड कॉज ਸਾਡਾ ਮੇਨ ਮੋਟਿਵ ਹੈ ਟੂ ਹੈਲਪ ਦ ਪੀਪਲ ਹੂ ਆਰ ਇਨ ਨੀਡ ਤੇ ਐਟ ਦਿਸ ਸਟੇਜ ਵੀ ਨੋ ਦੇਰ ਆਰ ਲੋਟ ਆਫ ਪੀਪਲ ਅਰਾਊਂਡ ਕੋਵਿਡ-19 ਸਿਚੁਏਸ਼ਨ ਕਰਕੇ ਮੈਨੀ ਪੀਪਲ ਲੌਸਟ देयर ਜੌਬਸ ਜਾਂ ਫਿਰ ਕੁਛ ਨਾ ਕੁਛ ਹੋਰ ਸਿਚੁਏਸ਼ਨ ਦੇ ਕਰਕੇ ਫਸੇ ਪਏ ਨੇ ਐਂਡ ਦੇਰ ਆਰ ਮੈਨੀ ਪੀਪਲ ਹੂ ਨੀਡ ਹੈਲਪ ਇਹ ਜਿਹੜਾ ਪਾਰਟਿਕੂਲਰ ਇਨੀਸ਼ੀਏਟਿਵ ਜਿਹਦੇ ਬਾਰੇ ਅਸੀਂ ਅੱਜ ਗੱਲ ਕਰ ਰਹੇ ਦਿਸ ਇਜ਼ ਟਾਰਗੇਟਡ ਐਟ ਸਟੂਡੈਂਟਸ ਜਿਹੜੇ ਕਿ ਨੀਡ they are in need of getting their visas extended or they have visitors around or there are visitors generally people on tourist visa in Australia ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ in extending their visa and they have a condition of no further stay so ਇਹ ਦੋ ਕੈਟੇਗਰੀਜ਼ ਨੇ ਜਿਹੜੀਆਂ ਅਸੀਂ ਟਾਰਗੇਟ ਕਰ ਰਹੇ ਹਾਂ and students I'm talking about students who are already on shore ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ so also tourist visa holders who have that condition. It can be any parents or visitor or friends of the family who are visiting here in Australia and they want to stay but they have that particular condition and they need help in getting that waived. The assistance that we offer is in providing the professional immigration service free of cost to the people who are really in need. So my friend hune tanu dassegi ki kedi eligibility criteria ki hai to avail this opportunity ਤੇ ਹੋਰ ਕੀ ਬਾਕੀ ਡਿਟੇਲਸ ਹੈਗੀਆਂ ਨੇ so we want to help as many people as possible so please contact us through the email address which will be provided to you at the end of this video and please reach us and we will try to help you as much as possible. Now before you go further I just want to know ਜਦੋਂ ਤੁਸੀਂ ਇਹ ਗੱਲ ਕੀਤੀ ਹੈ ਕਿ ਇਹਦੇ ਵਿੱਚ ਤੁਸੀਂ ਦੋ ਕੈਟੇਗਰੀਜ਼ ਲੈ ਕੇ ਆ ਰਹੇ ਨੇ no further stay and the student visas ਸੋ ਇਹਦੇ ਵਿੱਚ ਜਦੋਂ ਤੁਸੀਂ ਟੂਰਿਸਟ ਵੀਜ਼ਾ ਦੀ ਗੱਲ ਕੀਤੀ ਹੈ ਸਪੈਸ਼ਲੀ ਉਹਨਾਂ ਪੈਰੈਂਟਸ ਦੀ ਜਿਹੜੇ ਇੱਥੇ ਆਏ ਹੋਏ ਨੇ ਸੋ ਆਈ ਜਸਟ ਵਾਂਟ ਟੂ ਆਸਕ ਯੂ ਕਿ ਉਹ ਜਿਹੜੀ ਕੈਟੇਗਰੀ ਹੈਗੀ ਹੈ ਸਪੈਸ਼ਲੀ ਟੂਰਿਸਟ ਵੀਜ਼ਾ ਦੀ ਉਹ ਸਿਰਫ ਤੁਸੀਂ ਉਹਨਾਂ ਪੈਰੈਂਟਸ ਨੂੰ ਪ੍ਰੋਵਾਈਡ ਕਰ ਰਹੇ ਹੋ ਜਿਹੜੇ ਸਟੂਡੈਂਟਸ ਦੇ ਪੈਰੈਂਟਸ ਆਏ ਹੋਏ ਨੇ ਜਾਂ ਫਿਰ ਤੁਸੀਂ ਉਹਨਾਂ ਨੂੰ ਵੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ ਜਿਹੜੇ ਇੱਥੇ ਪੀਆਰ ਤੇ ਨੇ ਬਟ ਫॉर ਸਮ ਰੀਜ਼ਨ ਡਿਊ ਟੂ ਦਿਸ ਕੋਰੋਨਾ ਵਾਇਰਸ ਦੇ ਹੈਵ ਲੌਸਟ देयर ਜੌਬ ਸੋ ਉਹਨਾਂ ਕੋਲ ਇਸ ਟਾਈਮ ਦੇ ਉੱਤੇ ਪੈਸੇ ਨਹੀਂ ਹੈਗੇ ਨੇ so are you giving those services to those parents as well या फिर ਤੁਹਾਡੀ ਸਿਰਫ ਲਿਮਿਟਡ ਹੈਗੀ ਹੈ ਕਿ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਲਈ ਹੀ ਹੋਏਗੀ so we don't want to restrict only to the just the parents of the students it is for any visitors who are here and who want to stay longer than their expiry of the visa but they cannot they don't have money either to support or they're just lost so we want to help them in providing that professional migration service in getting their visa extended. So when you are saying that you are covering the cost, so are you covering the whole cost? Yeah, you are only providing those services through the migrant agents, especially. No, let's be very clear on that. So we are only covering the cost of the migration agent. So we've got a team of experts here who've been working in this field for a very, very long time. So they're going to help us in providing that service to anybody who's in need. But the cost related to the college or the department, the immigration department's visa application fees, that all needs to be provided by the applicant itself.
नो फेयर इनफ वो ते बनदा भी है कि चलो स्टूडेंट्स कम से कम इन्ना कर लेन अगर लेकिन तुसी जेडे माइग्रेंट एजेंट्स दी अगर फीस भी कर दो तो भी बहुत बड़ी गल है लेकिन एक चीज होर आ जाती है व्हेन यू आर टॉकिंग अबाउट कि ਤੁਹਾਡੇ ਕੋਲ माइग्रेंट एजेंट दी फीस नहीं है सो ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਆਲਰੇਡੀ एक्सपर्ट ने ਜਿਹੜੇ ਵੀਜ਼ਾਸ ਕਰਨਗੇ ਜਾਂ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਐਕਸਪਰਟ ਦੇ ਕੋਲ ਭੇਜੋਗੇ ਉਹਨਾਂ ਨੂੰ ਫੀਸ ਦੋਗੇ ਜਾਂ ਆਲਰੇਡੀ ਤੁਹਾਡੇ ਕੋਲ ਹੈਗੇ ਨੇ ਇਨ ਕੰਟੈਕਟ ਐਸ ਫਾਊਂਡੇਸ਼ਨ ਦੇ ਵਿੱਚ ਜਿਹੜੇ ਉਹ ਪ੍ਰੋਵਾਈਡ ਕਰਨਗੇ ਸਰਵਿਸਿਜ਼ ਔਰ ਉਹ ਕੀ ਪ੍ਰੋਫੈਸ਼ਨਲ ਐਕਸਪਰਟਸ ਨੇ ਮੇਰਾ ਕਹਿਣ ਦਾ ਮਤਲਬ ਹੈ SHO ਸਾਡੇ ਐਸੋਸੀਏਟਸ ਹੀ ਹੈ ਜੀ ਉਹ ਸਾਡੀ ਹੈਲਪ ਕਰਨ ਕਿਉਂਕਿ ਅਸੀਂ ਪਿਛਲੇ ਕੁਝ ਟਾਈਮ ਤੋਂ ਦੇਖ ਰਹੇ ਸੀ ਕਿ ਗਵਰਨਮੈਂਟ ਸਟੂਡੈਂਟਸ ਨੂੰ ਲੈ ਕੇ ਇੰਨਾ ਜ਼ਿਆਦਾ ਕੋਈ ਇਨੀਸ਼ੀਏਟਿਵ ਅਜੇ ਤੱਕ ਨਹੀਂ ਲਿਆ ਗਿਆ ਤੇ ਅਸੀਂ ਕੁਝ ਫੈਮਿਲੀਜ਼ ਰਲ ਕੇ ਤੇ ਕੁਝ ਇਸ ਤਰ੍ਹਾਂ ਇਸ ਫਾਊਂਡੇਸ਼ਨ ਦੇ ਥਰੂ ਵੀ ਅਸੀਂ ਕੰਟੈਕਟ ਕੀਤਾ ਜਿਹੜੇ ਐਕਸਪਰਟ ਹੈਗੇ ਨੇ ਮਾਈਗ੍ਰੇਸ਼ਨ ਲਾਇਰ ਹੈ ਮਾਈਗ੍ਰੇਸ਼ਨ ਜਿਹੜੀ ਅਸਿਸਟੈਂਸ ਦਿੰਦੇ ਨੇ ਤੇ ਉਹ ਵੀ ਕੁਝ ਕਾਫੀ ਹੈਪੀਲੀ ਸਾਨੂੰ ਹੈਲਪ ਕਰਨ ਲਈ ਰੈਡੀ ਨੇ ਔਰ ਮਤਲਬ ਸਾਨੂੰ ਥੋੜਾ ਹੋਰ ਹੌਸਲਾ ਸਾਡਾ ਵੱਧ ਗਿਆ ਕਿ ਯਾਰ ਐਟਲੀਸਟ ਜੇ ਅਸੀਂ ਕੁਝ ਇੱਕ ਸਟੈਪ ਲੈ ਰਹੇ ਤੇ ਅੱਗੋਂ ਸਾਡੀ ਬਾਹ ਫੜ ਕੇ ਉਹਨਾਂ ਨੇ ਸਾਨੂੰ ਆਪਣੇ ਵੱਲ ਖਿੱਚਿਆ ਕਿ ਓਕੇ ਆਪਾਂ ਰਲ ਕੇ ਕਰਦੇ ਹਾਂ ਔਰ ਉਹਦੇ 'ਚ ਬਹੁਤ ਐਕਸਪੀਰੀਅੰਸ ਪੁਰਾਣੇ ਸਾਡੇ ਨਾਲ ਜਿਹੜੀ ਟੀਮ ਦੇ ਕਹਿ ਲਓ ਕਿ ਸਾਨੂੰ ਹੈਲਪ ਕਰਨ ਲਈ ਰੈਡੀ ਨੇ ਕੁਝ ਚੀਜ਼ਾਂ ਨੇ ਉਹਦੇ 'ਚ ਸਾਨੂੰ ਕਾਸਟ ਵੀ ਬੀਅਰ ਕਰਨੀ ਪਏਗੀ ਜਿਹੜੀ ਕਿ ਅਸੀਂ ਆਪਣੀ ਫਾਊਂਡੇਸ਼ਨ ਦੇ ਥਰੂ ਜਿਸ ਤਰ੍ਹਾਂ ਕਿ ਅਸੀਂ ਕਹਿ ਲਓ ਸਾਡੇ ਕਾਈਂਡ ਆਫ ਦਸਵੰਧ ਆਪਾਂ ਕੱਢ ਕੇ ਰੱਖਿਆ ਸੀਗਾ ਤੇ ਸਾਡੀ ਕੋਸ਼ਿਸ਼ ਹੈ ਟੀਮ ਸਾਡੀ ਬਹੁਤ ਛੋਟੀ ਹੈ ਪਰ ਕੋਸ਼ਿਸ਼ ਸਾਡੀ ਵੱਡੀ ਹੋਏਗੀ ਕਿ ਅਸੀਂ ਜਿੰਨਾ ਮੈਕਸਿਮਮ ਕਵਰ ਕਰ ਸਕਦੇ ਹਾਂ ਕਿ ਇੱਕ ਡੇਟ ਤੱਕ 10th ਆਫ ਮਈ ਤੱਕ ਅਸੀਂ ਜਿੰਨੀਆਂ ਵੀ ਐਪਲੀਕੇਸ਼ਨਸ ਹੈ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਲਈਏ ਔਰ ਇਹਦੇ ਵਿੱਚ ਇੱਕ ਰਿਕੁਐਸਟ ਕਰਨੀ ਚਾਹੂੰਗਾ ਕਿ ਜਿਹੜੇ ਵਾਕਈ ਨੀਡੀ ਹੈਗੇ ਨੇ ਸਟੂਡੈਂਟਸ ਜਾਂ ਵਾਕਈ ਨੀਡੀ ਪੀਪਲ ਹੈ ਕਿ ਜਿਨ੍ਹਾਂ ਦੀ ਐਕਚੁਅਲੀ ਜੌਬ ਚਲੀ ਗਈ ਬਟ ਉਹ ਅੱਗੇ ਆਪਣੀ ਪ੍ਰੋਸੈਸਿੰਗ ਨਹੀਂ ਕਰ ਪਾ ਰਹੇ ਕਿਉਂਕਿ ਕਿਸੇ ਵੀ ਤੁਸੀਂ ਮਾਈਗ੍ਰੇਸ਼ਨ ਲਾਇਰ ਕੋਲ ਜਾਂਦੇ ਹੋ ਤੇ ਫੀਸ ਸਟਰਕਚਰ ਮਤਲਬ ਅੱਛਾ ਖਾਸਾ ਹੈਗਾ ਤੇ ਉਹ ਚੀਜ਼ ਅਸੀਂ ਪੂਰੀ ਤਰ੍ਹਾਂ ਵੇਵ ਆਫ ਜਿਹੜਾ ਨਾ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਾਂਗੇ ਤੇ ਇਸ ਤੋਂ ਇਲਾਵਾ ਜਿੰਨੀ ਵੀ ਹੈਗੀ ਡਿਪਾਰਟਮੈਂਟ ਦੀ ਫੀਸ ਕਾਲਜ ਦੀ COE ਲੈਣ ਦੀ ਫੀਸ ਉਹ ਸਾਰਾ ਸਟੂਡੈਂਟ ਆਪ ਬੀਅਰ ਕਰੇਗਾ ਇੰਸ਼ੋਰੈਂਸ ਹੋਗੀ ਉਹ ਸਾਰੇ ਸਟੂਡੈਂਟ ਆਪ ਬੀਅਰ ਕਰੇ ਜਿਹੜੀ ਮਾਈਗ੍ਰੇਸ਼ਨ ਲਾਇਰ ਦੀ ਫੀਸ ਹੈ ਕੰਸਲਟੈਂਸੀ ਦੀ ਉਹ ਜਿਹੜੀ ਬਿਲਕੁਲ ਜ਼ੀਰੋ ਹੋਏਗੀ ਔਰ ਸੈਕੰਡ ਥਿੰਗ ਕਿ ਜਿੰਨੇ ਵੀ ਇਹਦੇ ਵਿੱਚ ਐਪਲੀਕੈਂਟ ਹੋਣਗੇ ਸਾਡੀ ਟੀਮ ਕਿਉਂਕਿ ਤੁਹਾਨੂੰ ਮੈਂ ਦੱਸ ਰਿਹਾ ਕਿ ਬੜੀ ਛੋਟੀ ਹੈ ਤੇ ਇਹਦੇ 'ਚ ਅਸੀਂ ਆਪਣੇ ਕੰਮ ਕਰਨ ਤੋਂ ਇਲਾਵਾ ਵੀ ਜਿਸ ਤਰ੍ਹਾਂ ਇਹਦੇ ਵਿੱਚ ਹੋਰ ਸਾਰਾ ਪ੍ਰੋਸੈਸਿੰਗ ਕਿਵੇਂ ਕਰਨੀ ਹੈ ਰਿਪਲਾਈ ਕਿਵੇਂ ਕਰਨੇ ਹੈ ਸਾਨੂੰ ਇੱਕ ਪੈਸੇ ਤੋਂ ਇਲਾਵਾ ਜਿਹੜਾ ਫਿਜ਼ੀਕਲੀ ਅਸੀਂ ਸਾਰੇ ਆਪ ਵੀ ਇਨਵੋਲਵ ਉਹਦੇ ਵਿੱਚ ਹੋਣ ਦੀ ਸਾਡੀ ਉਹਦੀ ਜਿਹੜੀ ਨਾ ਦਿਸ ਰਿਹਾ ਸਾਨੂੰ ਆਉਣ ਵਾਲੇ ਟਾਈਮ 'ਚ ਤੇ ਰਿਕੁਐਸਟ ਇਹ ਹੈਗੀ ਹੈ ਕਿ ਸਿਰਫ ਜਿਹੜੇ ਬਿਲਕੁਲ ਜੈਨੂਅਨ ਨੀਡੀ ਜਿਹੜੇ ਹੈਗੇ ਨੇ ਸਟੂਡੈਂਟਸ ਉਹੀ ਇਹਦੇ ਵਿੱਚ ਕੰਟੈਕਟ ਕਰਨ ਸੋ ਦੈਟ ਇਹ ਨਾ ਹੋਵੇ ਕਿ ਜੇ ਸਾਡੀ ਕੈਪੈਸਿਟੀ ਅਸੀਂ ਥੋੜੇ ਸਪੋਜ਼ ਕਰ ਲਓ ਨੰਬਰ ਆਫ ਵੀਜ਼ਾਸ ਅਸੀਂ ਕਹੀਏ ਕਿ 50 ਕਰ ਸਕਦੇ ਹਾਂ ਸਪੋਜ਼ ਕਰੋ 50 ਜਾਂ 100 ਕਰ ਸਕਦੇ ਹਾਂ ਸਪੋਜ਼ ਕਰੋ ਤੇ ਇਹ ਨਾ ਹੋਵੇ ਕਿ ਸਾਡੇ ਕੋਲ ਐਪਲੀਕੇਸ਼ਨਸ ਆ ਜਾਣ ਮੰਨ ਲਓ 200 ਉਹਦੇ ਵਿੱਚ ਜਿਹੜਾ 100 ਅਸੀਂ ਰੈਂਡਮਲੀ ਪਿਕ ਕਰੀ ਜਾਂ ਮਤਲਬ ਉਹਨੂੰ ਦੇਖਣ ਦੀ ਕੋਸ਼ਿਸ਼ ਕਰੀ ਕਿ ਜੈਨੂਅਨ ਹੈਗਾ ਕਿ ਨਹੀਂ ਹੈਗਾ ਤੇ ਉਹ ਜਿਹੜਾ ਐਕਚੁਅਲੀ ਨੀਡੀ ਹੈਗਾ 50 ਲੋਕ ਉਹ ਰਹਿ ਨਾ ਜਾਣ ਕਿਤੇ ਠੀਕ ਹੈ ਜੀ ਮਤਲਬ ਹੱਥ ਜੋੜ ਕੇ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਸਿਰਫ ਜਿਹੜੇ ਜੈਨੂਅਨ ਹੈ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਵਾਕਈ ਕਿ ਸਾਡੀ ਵਾਹ ਨਹੀਂ ਹੈਗੀ ਤੇ ਇਸ ਵੇਲੇ ਲੋੜ ਹੈ ਸਿਰਫ ਉਹੀ ਅਪਲਾਈ ਕਰਨ ਤੇ ਬਾਕੀ ਜਿਹੜੇ ਅਜੇ ਬੀਅਰ ਕਰ ਸਕਦੇ ਆਪਣੀ ਕਾਸਟ ਜੇ ਉਹਨਾਂ ਦੀ ਅਫੋਰਡੇਬਿਲਿਟੀ ਹੈਗੀ ਹੈ ਤੇ ਪਲੀਜ਼ ਉਹ ਮਤਲਬ ਜਿਸ ਤਰ੍ਹਾਂ ਆਪਾਂ ਰੂਟੀਨ 'ਚ ਚੱਲਦੇ ਪਏ ਹਾਂ ਥੋੜਾ ਬਾਕੀਆਂ ਦੀ ਹੈਲਪ ਕਰਨ ਵਾਸਤੇ ਉਹ ਥੋੜਾ ਜਿਹਾ ਇਸ ਚੀਜ਼ ਨੂੰ ਅਵੋਇਡ ਕਰਨ नहीं है तो बाकी गल सही है क्योंकि तुसी सारी टीम अपना अपना दसमंद पाके इतना बड़ा इनिशिएटिव लेके आगे आए हो भी उस टाइम ते घड़ी ते स्पेशली इंटरनेशनल स्टूडेंट्स ਨੂੰ ਜ਼ਰੂਰਤ ਹੈਗੀ ਹੈ ਤੇ ਬਾਕੀ ਇਹ ਗੱਲ ਸਹੀ ਹੈ ਕਿ ਅਗਰ ਨੀਡੀ ਹੀ ਆਣ ਤਾਂ ਉਹਨਾਂ ਨੂੰ ਹੈਲਪ ਹੋ ਸਕਦੀ ਹੈ ਇਸ ਟਾਈਮ ਦੇ ਉੱਤੇ ਪਰ ਜਦੋਂ ਤੁਹਾਡੇ ਕੋਲ ਐਪਲੀਕੇਸ਼ਨਸ ਆਣਗੀਆਂ ਤੇ ਐਪਲੀਕੇਸ਼ਨਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੋ ਸਕਦਾ ਜ਼ਿਆਦਾ ਐਪਲੀਕੇਸ਼ਨਸ ਵੀ ਆ ਜਾਣ कुछ ऐसी एलिजिबिलिटी भी है कि जेडे ऑन बिहाफ ऑफ दोस थोड़े पॉइंट्स ਦੇ ਉੱਤੇ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਨੂੰ ਚੂਜ਼ ਕਰੋਗੇ ਜਾਂ ਤੁਸੀਂ ਸਾਰੀਆਂ ਦੀਆਂ ਸਾਰੀਆਂ ਲਓਗੇ ਕੁਝ ਕ੍ਰਾਈਟੇਰੀਆ ਹੈਗਾ ਹਾਂਜੀ ਜ਼ਰੂਰ ਇਨ ਰਿਗਾਰਡਸ ਟੂ ਐਲੀਜੀਬਿਲਿਟੀ ਅਗਰ ਆਪਾਂ ਗੱਲ ਕਰੀਏ ਤੇ ਜਿਹੜੇ ਸਟੂਡੈਂਟਸ ਹੈਗੇ ਨੇ ਦੇ ਮਸਟ ਹੈਵ देयर ਵੈਲਿਡ ਸਟੂਡੈਂਟ ਵੀਜ਼ਾ ਐਂਡ ਦੇ ਮਸਟ ਹੈਵ देयर ਵੈਲਿਡ COE ਤੇ ਇਹਦੇ ਵਿੱਚ ਆਪਾਂ ਕਿ ਵੀ ਨਾਟ ਗੋਣਾ ਪ੍ਰੋਵਾਈਡ ਐਨੀ ਐਡਮਿਸ਼ਨ ਫੈਸਿਲਿਟੀਜ਼ ਤੇ ਜਿਹੜੇ ਸਟੂਡੈਂਟਸ ਹੈਗੇ ਦੇ ਮਸਟ ਹੈਵ देयर ਕਰੰਟ ਸਰਟੀਫਿਕੇਟ ਆਫ ਐਨਰੋਲਮੈਂਟ ਫਰਮ ਐਨੀ ਆਸਟ੍ਰੇਲੀਅਨ ਇੰਸਟੀਟਿਊਸ਼ਨ ਤੇ ਇਹ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗੀ ਹੈ ਸਟੂਡੈਂਟ ਵੀਜ਼ਾ ਵਾਸਤੇ ਜਿਹੜੇ ਕਿ ਸਟੂਡੈਂਟਸ ਹੈਗੇ ਨੇ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ
ਤੇ ਜਿੱਦਾਂ ਕਿ ਪਹਿਲਾਂ ਮੈਂਸ਼ਨ ਕੀਤਾ ਗਿਆ ਹੈ ਕਿ ਇਹਨਾਂ ਦੀ ਜਿਹੜੀ ਡਿਪਾਰਟਮੈਂਟ ਫੀਸ ਹੈ, ਕਾਲਜ ਫੀਸ ਹੈ ਤੇ ਮੈਡੀਕਲ ਫੀਸ ਹੈ, that must be paid by the student. We only going to assist them with a free service in regards to their migration consultancy, which going to include the lodgement with the Department of Immigration as well as their correspondence with the Department of Immigration until the decision will come through. Please ਹੱਥ ਜੋੜ ਕੇ ਬੇਨਤੀ ਹੈ ਸਟੂਡੈਂਟਸ ਨੂੰ ਕਿ ਜਿਹੜੇ ਕਿ ਇਹ ਵਾਲੀ ਐਲੀਜੀਬਿਲਿਟੀ ਬੇਅਰ ਕਰਦੇ ਨੇ, ਸਿਰਫ ਉਹੀ ਸਾਨੂੰ ਆਪਣੀਆਂ ਜਿਹੜੀਆਂ ਹੈਗੀਆਂ ਨੇ ਰਿਕੁਐਸਟ ਸਾਨੂੰ ਸਾਡੀ ਈਮੇਲ ਆਈਡੀ ਤੇ ਸਾਡੇ ਫਾਰਮ ਤੇ ਸਾਡੇ ਲਿੰਕ ਤੇ ਆ ਕੇ ਸਾਨੂੰ ਕੰਟੈਕਟ ਕਰਨ। ਤੇ ਜੇ ਆਪਾਂ ਜੇ along with the students, I would also like to talk regarding the tourist visa. Tourist visa wale jehde hege ne, they must have their valid tourist visa, and if they have no further stay attached at this stage, we're going to assist them to get their this condition waived off, so that before lodging the visa taki jehdi ਉਹਨਾਂ ਦੀ ਇਹ ਵਾਲੀ ਜਿਹੜੀ condition ਹੈਗੀ ਹੈ ਉਹ ਅਸੀਂ waive off ਕਰਵਾ ਸਕੀਏ। ਤੇ ਇਹਨਾਂ ਦੋਵਾਂ scenarios ਦੇ ਵਿੱਚ they do not have to pay any professional fees at all. ਬਸ ਜਿਹੜੀ ਉਹਨਾਂ ਨੂੰ immigration fee ਹੈ ਤੇ please ਉਹਨਾਂ ਨੂੰ pay ਕਰਨੀ ਪਏਗੀ। ਤੇ ਬਾਕੀ ਜਿਹੜੀ ਵੀ migration advice ਹੈਗੀ ਹੈ related to this matter, ਉਹ ਸਾਰੀ ਦੀ ਸਾਰੀ ਬਿਨਾਂ ਕਿਸੇ ਚਾਰਜ ਤੋਂ ਪ੍ਰੋਵਾਈਡ ਕੀਤੀ ਜਾਏਗੀ by professional migration agents। ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ, ਲੇਕਿਨ ਹੁਣ ਕੁਐਸਚਨ ਸਿਰਫ ਇਹ ਆ ਜਾਂਦਾ ਹੈ ਕਿ in case ਅਗਰ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ what's the best way to contact you guys? ਕੰਟੈਕਟ ਕਰਨ ਵਾਸਤੇ ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ, ਜਿਹੜੀ ਕਿ ਈਮੇਲ ਹੈਗੀ ਹੈ gyansevafoundation@gmail.com। ਮੈਂ ਸਪੈਲ ਕਰ ਦਿੰਦਾ, ਇਸ GYANSEWAFOUNDATION@gmail.com। ਸੋ ਕਿਸੇ ਨੂੰ ਵੀ ਕੋਈ ਕੁਐਰੀ ਹੈ ਜਾਂ ਕੰਟੈਕਟ ਕਰਨਾ ਚਾਹੁੰਦਾ ਸਾਨੂੰ ਪਲੀਜ਼ ਈਮੇਲ ਕਰ ਦਿਓ gyansevafoundation@gmail.com ਤੇ। ਠੀਕ ਹੈ ਜੀ, ਇਹ ਤੇ ਹੋ ਗਏ ਤੁਹਾਨੂੰ ਕੰਟੈਕਟ ਕਰਨ ਦੀ ਵੀ ਗੱਲ ਔਰ ਐਲੀਜੀਬਿਲਿਟੀ ਦੀ ਵੀ ਗੱਲ ਕਰਤੀ। ਦੂਸਰੀ ਚੀਜ਼ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਜਦੋਂ ਕਿਸੇ ਬੱਚੇ ਨੇ ਤੁਹਾਨੂੰ ਕੰਟੈਕਟ ਕਰਨਾ ਹੈ ਤਾਂ ਤੁਹਾਨੂੰ ਕੀ ਉਹਦੇ ਕੋਲੋਂ ਬੱਚੇ ਕੋਲੋਂ ਕਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਜਿਹੜੇ ਤੁਹਾਨੂੰ ਫਰਸਟ ਈਮੇਲ ਦੇ ਵਿੱਚ ਉਹ ਭੇਜੇ? ਉਹ ਅਸੀਂ ਜਿਸ ਤਰ੍ਹਾਂ ਈਮੇਲ ਦਾ ਹੁਣੇ ਦੱਸਿਆ ਬ੍ਰਦਰ ਨੇ ਕਿ ਈਮੇਲ ਆਈਡੀ ਹੈਗਾ, ਉਹਦੇ ਵਿੱਚ ਜਿਹੜਾ ਨਾ ਫਾਰਮ ਤੁਹਾਨੂੰ ਜਿਹੜਾ ਦਿੱਤਾ ਜਾਏਗਾ ਉਹਦੇ ਵਿੱਚ ਸਾਰਾ ਕ੍ਰਾਈਟੇਰੀਆ ਸਭ ਕੁਝ ਹੈਗਾ। ਐਟ ਦੀ ਐਂਡ ਆਫ ਦਿਸ ਵੀਡੀਓ ਤੁਸੀਂ ਇੱਕ ਲਿੰਕ ਦਿਖਾਇਆ ਜਾਏਗਾ ਜਿਹੜਾ ਕਿ ਕਲਿੱਕ ਕਰਕੇ ਉੱਥੇ ਆਪਣਾ ਫਾਰਮ ਇੱਕ ਫਿਲ ਕਰਨਾ ਪਏਗਾ। ਉਹ ਫਾਰਮ ਦੇ ਵਿੱਚ ਤੁਸੀਂ ਆਪਣੀਆਂ ਡਿਟੇਲਸ, ਹਾਈ ਲੈਵਲ ਡਿਟੇਲਸ ਪਾ ਸਕਦੇ ਹੋ ਕਿ ਤੁਹਾਨੂੰ ਕਿਹੜੀ ਸਰਵਿਸ ਚਾਹੀਦੀ ਹੈ ਤੇ ਆਪਣਾ ਬੇਸਿਕਲੀ ਨਾਮ ਵਗੈਰਾ ਤੇ ਇੱਕ ਵੈਰੀ ਸ਼ਾਰਟ ਡਿਸਕ੍ਰਿਪਸ਼ਨ ਕਿ ਤੁਸੀਂ ਕਿਉਂ ਇਹ ਸਰਵਿਸ ਅਵੇਲ ਕਰਨਾ ਚਾਹੁੰਦੇ ਹੋ, ਕਿ ਤੁਹਾਨੂੰ ਇਸ ਟਾਈਮ ਤੇ ਕੀ ਪ੍ਰੋਬਲਮ ਹੈ ਬਿਕਾਜ਼ ਆਫ ਵਿਚ ਯੂ ਆਰ ਇਨ ਨੀਡ, ਤੇ ਵਿਚ ਵਿਲ ਹੈਲਪ ਯੂ ਕਿ that will help us understand ਕਿ ਇਸ ਟਾਈਮ ਤੇ ਤੁਹਾਨੂੰ ਜ਼ਰੂਰਤ ਹੈ ਤੇ that will help us shortlist ਕਿ ਅਸੀਂ ਕਿਹਦੀ ਹੈਲਪ ਕਰ ਸਕਦੇ ਇਸ ਟਾਈਮ ਤੇ। ਨਹੀਂ ਗ੍ਰੇਟ ਹੈ। ਮੈਂ ਇੱਕ ਚੀਜ਼ ਦੱਸ ਦਵਾਂ ਕਿ ਲਿੰਕ ਇਹ ਵੀਡੀਓ ਦੇ ਥੱਲੇ ਹੈਗਾ, ਪ੍ਰੋਵਾਈਡ ਕੀਤਾ ਗਿਆ ਹੈ। ਇਹ ਵੀ ਬੜੀ ਵਧੀਆ ਗੱਲ ਆਉਂਦੀ ਪਈ ਹੈ ਕਿ ਐਕਸਪਰਟ ਹੈਲਪ ਕਰਨਗੇ ਤਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਇਹ ਵੀ ਡਰ ਨਹੀਂ ਹੈ ਕਿ ਉਹਨਾਂ ਦੀ ਫਾਈਲ ਕਿਸੇ ਚੰਗੇ ਹੱਥਾਂ 'ਚ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਹੈ। ਨਹੀਂ ਤਾਂ ਸਭ ਤੋਂ ਪਹਿਲਾਂ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਸਾਡੀ ਫਾਈਲ ਕਿਤੇ ਖਰਾਬ ਨਾ ਹੋ ਜਾਵੇ। ਸੋ ਇਹ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਬਿਕਾਜ਼ ਐਕਸਪਰਟ ਹੀ ਤੁਹਾਡੀ ਫਾਈਲ ਦੇਖਣਗੇ ਇੰਟਰਨੈਸ਼ਨਲ ਸਟੂਡੈਂਟਸ ਦੀ। ਸੋ ਵਨਸ ਅਗੇਨ sorry to cut you ਕਿ ਡਰਨ ਦੀ ਬਿਲਕੁਲ ਜ਼ਰੂਰ ਨਹੀਂ। ਐਜ਼ ਯੂ ਸੈਡ ਕਿ ਪ੍ਰੋਫੈਸ਼ਨਲਸ ਦੇ ਨਾਲ ਅਸੀਂ ਕੰਮ ਕਰ ਰਹੇ, ਅਸੀਂ ਸਾਰੇ ਪ੍ਰੋਫੈਸ਼ਨਲਸ ਹੀ ਆ ਆਪਣੀ ਆਪਣੀ ਫੀਲਡ 'ਚ, ਤੇ ਜਿਹੜਾ ਵੀ ਡਾਟਾ ਸਾਡੇ ਨਾਲ ਸ਼ੇਅਰ ਕੀਤਾ ਜਾਏਗਾ that will be confidential। ਕਿਸੇ ਨੂੰ ਇਹ ਬਿਲਕੁਲ ਡਾਊਟ ਰੱਖਣ ਦੀ ਨਹੀਂ ਲੋੜ ਹੈਗੀ ਕਿ ਜਿਹੜਾ ਵੀ ਡਾਟਾ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਆਪਣਾ ਨਾਮ ਸ਼ੇਅਰ ਕੀਤਾ ਜਾਏਗਾ ਫਾਰਮ ਦੇ ਉੱਤੇ, that will all remain confidential। ਕਿਸੇ ਦੀ ਫਾਈਲ ਦੇ ਵਿੱਚ ਜੋ ਵੀ ਡਿਟੇਲਸ ਹੋਣਗੀਆਂ that will only remain in that file, ਤੇ ਕੋਈ ਕਿਸੇ ਨੂੰ ਵੀ ਆਪਣਾ ਮਤਲਬ ਪ੍ਰਾਈਵੇਸੀ ਕਿਸੇ ਦੀ ਕੋਈ ਡਰ ਨਹੀਂ ਹੋਣਾ ਚਾਹੀਦਾ ਕਿ ਕੋਈ ਡਾਟਾ ਲੀਕ ਹੋਏਗਾ ਜਾਂ ਇਹੋ ਜਿਹੀ ਕੋਈ ਇਸ਼ੂ ਹੋਏਗਾ। That was my next question ਕਿ ਇਹਦਾ ਕੰਪਲਾਈਂਸ ਅਗਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਵੀ ਡਰ ਲੱਗ ਰਿਹਾ ਹੋਏਗਾ ਕਿ ਕੰਪਲਾਈਂਸ ਕਿਸ ਤਰ੍ਹਾਂ ਪੂਰਾ ਹੋਏਗਾ ਤੇ ਉਸ ਦਾ ਧਿਆਨ ਤੁਸੀਂ ਕਿਸ ਤਰੀਕੇ ਦੇ ਨਾਲ ਰੱਖਣਾ? ਹਾਂਜੀ, as I said, we are working with the extremely skilled and talented professionals who've been in this service for a very very long time. So all everything will be done as per the rules and regulations.
That's great. One more thing to mention, Gagan ji, ਜਿਨ੍ਹਾਂ ਲੋਕਾਂ ਦਾ 10 ਮਈ ਤੋਂ ਪਹਿਲਾਂ ਵੀਜ਼ਾ ਐਕਸਪਾਇਰ ਹੋਇਆ ਹੈ ਉਹਨਾਂ ਵਾਸਤੇ ਜਿਹੜਾ ਸਾਡਾ ਇਨਵੀਟੇਸ਼ਨ ਹੈ ਉਹ ਪ੍ਰਾਇੋਰਟੀ ਤੇ ਹੈਗਾ, ਬਿਕੋਜ਼ ਦਿਸ ਆਫਰ ਇਜ਼ ਵੈਲਿਡ ਟਿਲ 10th of May, ਔਰ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ ਕੀਪਿੰਗ ਇਨ ਵਿਊ ਦ ਸਿਚੁਏਸ਼ਨਸ ਐਂਡ ਦ ਸਰਵਿਸਿਜ਼ ਆਫ ਦ ਮਾਈਗ੍ਰੇਸ਼ਨ ਏਜੰਟਸ who are attached with the Gyan Seva Foundation. But 10th May ਤੱਕ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋਇਆ ਹੈ ਤੁਸੀਂ ਉਹਨਾਂ ਨੂੰ ਇਨਵਾਈਟ ਕਰ ਸਕਦੇ ਹੋ, ਉਹ ਸਾਨੂੰ ਐਪਲੀਕੇਸ਼ਨਸ ਭੇਜ ਸਕਦੇ ਆ ਤੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਉੱਪਰ ਡੀਲ ਕਰਾਂਗੇ। ਜਿਸ ਤਰ੍ਹਾਂ ਕਿ ਗਿਆਨ ਸੇਵਾ ਫਾਊਂਡੇਸ਼ਨ ਦੇ ਆਰਗੇਨਾਈਜ਼ਰਸ ਨੇ ਔਰ ਵੋਲੰਟੀਅਰਸ ਨੇ ਆਲਰੇਡੀ ਮੈਂਸ਼ਨ ਕਰ ਦਿੱਤਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੂੰ ਜ਼ਰੂਰਤ ਹੈ ਪਲੀਜ਼ ਆਓ ਕੰਟੈਕਟ ਕਰੋ। ਧੰਨਵਾਦ ਤੁਹਾਡਾ ਪੂਰੇ ਦੇ ਪੂਰੇ ਗਿਆਨ ਸੇਵਾ ਫਾਊਂਡੇਸ਼ਨ ਦੀ ਪੂਰੀ ਆਰਗੇਨਾਈਜੇਸ਼ਨ ਦਾ, ਵੋਲੰਟੀਅਰਸ ਦਾ ਜਿਹੜਾ ਇੰਨਾ ਵੱਡਾ ਉਪਰਾਲਾ ਕਰ ਰਹੇ ਨੇ ਮੁਸ਼ਕਿਲ ਦੀ ਘੜੀ ਦੇ ਵਿੱਚ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਲਈ ਐਂਡ ਸਪੈਸ਼ਲੀ ਪੈਰੈਂਟਸ ਲਈ ਜਿਹੜੇ ਕਿ ਇਸ ਟਾਈਮ ਦੇ ਉੱਤੇ ਟੂਰਿਸਟ ਵੀਜ਼ਾ ਤੇ ਆ ਕੇ ਇੱਥੇ ਫਸ ਗਏ ਨੇ ਔਰ ਮੁਸ਼ਕਿਲ ਦੀ ਘੜੀ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਇੱਥੇ ਜੂਝ ਰਹੇ ਨੇ। ਇਹਦੇ ਨਾਲ ਹੀ ਮੇਰੇ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।